ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਗੁਰਬਾਣੀ ਵਾਲਾ ਜੋ ਗੁਰੂ ਨਾਨਕ ਦੇ ਘਰ ਨੇ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮਨ ਪਰਮਾਤਮਾ ਦੇ ਖੇਲ ਨੂੰ ਸਮਝਦਾ ਹੋਇਆ ਆਪਦੇ ਜੀਵਨ ਦਾ ਲਾਹਾ ਕੱਟ ਸਕੇ। ਉਥੇ ਚਾਹੇ ਉਹ ਮਹੀਨੇ ਦਾ ਕੋਈ ਦਿਨ ਹੈ, ਤਿਥ ਹੈ, ਵਾਰ ਹੈ, ਉਸ ਮੁਤਾਬਕ ਭਗਤਾਂ ਨੇ ਮਨ ਨੂੰ ਸਮਝਾਇਆ ਹੈ। ਚਾਹੇ ਉਹ ਕੋਈ ਸੰਗਰਾਂਦ ਦੇ ਮੌਕੇ ਤੇ ਜਿਵੇਂ 12 ਮਾਹ ਦੇ ਰੂਪ ਵਿੱਚ ਹਰੇਕ ਮਹੀਨੇ ਦਾ ਜੋ ਮਨੋਰਥ ਹੈ ਮਨ ਨੂੰ ਉਹ ਸਮਝਾਇਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਮੇਨ ਮਕਸਦ ਹੈ ਉਹ ਜਗਿਆਸੂ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਦਾ ਹੈ। ਕਿਉਂਕਿ ਸਾਰੇ ਹੀ ਦਿਨ, ਸਾਰਾ ਹੀ ਸਮਾਂ ਉਹ ਭਲਾ ਹੁੰਦਾ ਹੈ ਜਦੋਂ ਅਸੀਂ ਪ੍ਰਮਾਤਮਾ ਦੇ ਸ਼ਰਨ ਦੇ ਵਿੱਚ ਆ ਕੇ ਬੈਠਦੇ ਹਾਂ। ਕੋਈ ਵੀ ਦਿਨ ਬਹੁਤਾ ਮਾੜਾ ਨਹੀਂ ਹੁੰਦਾ ਤੇ ਕੋਈ ਵੀ ਦਿਨ ਜ਼ਿਆਦਾ ਚੰਗਾ ਨਹੀਂ ਹੁੰਦਾ। ਮਹਾਦਿਵਸ ਮੂਰਤ ਭਲੇ, ਜਿਨ ਕੋ ਨਦਰ ਕਰੇ, ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ। ਇਹ ਸਿਰਫ ਸੰਸਾਰੀ ਬਿਰਤੀ ਹੁੰਦੀ ਹੈ ਕਿ ਕੋਈ ਸ਼ਨੀਵਾਰ ਨੂੰ ਮਾੜਾ ਕਹਿੰਦਾ ਹੈ, ਕੋਈ ਵੀਰਵਾਰ ਨੂੰ ਮਾੜਾ ਕਹਿੰਦਾ ਹੈ, ਕੋਈ ਮੰਗਲਵਾਰ ਨੂੰ ਮਾੜਾ ਕਹਿੰਦਾ ਹੈ। ਪਰ ਇਹ ਸਿਰਫ ਗ੍ਰਹਿਾਂ ਦੇ ਨਾਂ ਤੇ ਇਹ ਦਿਨਾਂ ਦੇ ਨਾਂ ਰੱਖੇ ਹੋਏ ਨੇ। ਇਹਨਾਂ ਦਾ ਕੋਈ ਮਨ ਦੀ ਇਸ ਸੰਸਾਰ ਵਿੱਚ ਆ ਕੇ ਚੰਗਾ ਜਾਂ ਮਾੜਾ ਹੋਣ ਦੇ ਨਾਲ ਕੋਈ ਸੰਬੰਧ ਨਹੀਂ ਹੈ। ਜਦੋਂ ਮਨ ਕਮਜ਼ੋਰ ਹੋ ਜਾਂਦਾ ਹੈ ਉਸ ਵਕਤ ਫਿਰ ਇਹਨਾਂ ਦਿਨਾਂ ਦੀ ਵਿਚਾਰ ਕਰਦਾ ਹੈ। ਤੇ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਾਂਗੇ ਤੇ ਮਹਾਰਾਜ ਨੇ ਖੇਲ ਸਮਝਾਇਆ ਹੈ ਕਿ ਜਦੋਂ ਨਿਰੰਕਾਰ ਪ੍ਰਮਾਤਮਾ ਜਿੱਥੇ ਉਸਦੀ ਜੋਤ ਵਸਦੀ ਹੈ ਉੱਥੇ ਨਾ ਤਾਂ ਦਿਨ ਹੀ ਹੈ ਤੇ ਨਾ ਉੱਥੇ ਰਾਤ ਪੈਂਦੀ ਹੈ। ਉੱਥੇ ਸੱਚ ਹੀ ਸੱਚ, ਬ੍ਰਹਮ ਹੀ ਬ੍ਰਹਮ, ਨਿਰੰਕਾਰ ਆਪ ਹਾਜ਼ਰ ਨੇ। ਇਸ ਕਰਕੇ ਉੱਥੋਂ ਦੀ ਅਵਸਥਾ ਵੀ ਗੁਰਬਾਣੀ ਵਿੱਚ ਦੱਸ ਰਹੇ ਨੇ। ਦਿਨ ਸਿਨਹ ਰਾਤ, ਵੇਦ ਨਹੀਂ ਸਾਸਤ, ਤਹਾਂ ਬਸੇ ਨਿਰੰਕਾਰਾ, ਕਹੋ ਕਬੀਰ ਨਰ ਤਿਸਿ ਧਿਆਵੋ, ਬਾਬਰਿਆ ਸੰਸਾਰਾ। ਮਨ ਅਸਲ ਮਨੋਰਥ ਨੂੰ, ਅਸਲ ਮੂਲ ਨੂੰ ਛੱਡ ਕੇ ਜਦੋਂ ਆਲੇ ਦੁਆਲੇ ਹੋਰ ਭਰਮਾਂ ਵਿੱਚ ਪੈ ਜਾਂਦਾ ਹੈ ਫਿਰ ਇਹ ਭਟਕ ਜਾਂਦਾ ਹੈ ਤੇ ਫਿਰ ਇਸ ਨੂੰ ਸਮਝਾਉਣਾ ਪੈਂਦਾ ਹੈ। ਇਸੇ ਤਰ੍ਹਾਂ ਆਸ਼ਾੜ ਦੇ ਮਹੀਨੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ ਵੀ ਇਹ ਮਹੀਨਾ ਤਪਸ਼ ਦਾ ਹੈ ਤੇ ਤਪਸ਼ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋ ਗਿਆ ਉਹਨਾਂ ਦੇ ਹਿਰਦੇ ਵਿੱਚ ਇਹ ਤਪਸ਼ ਨਿਕਲ ਜਾਂਦੀ ਹੈ। ਕਿਉਂਕਿ ਅਸਲੀ ਤਪਸ਼ ਅੰਦਰ ਦੀ ਹੈ, ਬਾਹਰੀ ਤਪਸ਼ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਪੈਂਦਾ। ਜੇ ਅੰਦਰਲਾ ਮਨ ਸ਼ਾਂਤ ਹੈ
ਤੇ ਫਿਰ ਬਾਹਰ ਦਾ ਕੋਈ ਵੀ ਮਾਹੌਲ ਜਿਹੜਾ ਹੈ ਉਹ ਬਹੁਤਾ ਅਸਰ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਹੈ, ਆषाढ़ ਤਪੰਦਾ ਤਿਸ ਲੱਗੈ, ਹਰ ਨਾਹु ਨ ਜਿਨ੍ਹਾਂ ਪਾਸ, ਜਗ ਜੀਵਨ ਪੁਰਖ ਤਿਆਗ ਕੇ, ਮਾਨਸ ਸੰਧੀ ਆਸ। ਦੁਇ ਭਾਏ ਵਿਗੁਚੀਐ, ਗਲ ਪਈਐਸ ਜਮ ਕੀ ਫਾਸ। ਜੇਹਾ ਬੀਜੇ ਸੋ ਲੁਣੈ, ਮਥੇ ਜੋ ਲਿਖਿਆਸ। ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਹੁਣ ਇਹ ਸਾਰਾ ਜਿੰਨਾ ਵੀ ਇੱਥੇ ਸਮਝਾਉਣ ਦੀ ਮਹਾਰਾਜ ਨੇ ਕੋਸ਼ਿਸ਼ ਕੀਤੀ ਹੈ ਕਿ ਜੇ ਤਾਂ ਤੁਸੀਂ ਨਿਰੰਕਾਰ ਦੇ ਸ਼ਬਦ ਨਾਲ ਜੁੜ ਜਾਂਦੇ ਹੋ, ਨਿਰੰਕਾਰ ਦੇ ਸਨਮੁਖ ਹੋ ਜਾਏਗਾ ਮਨ, ਤੇ ਫਿਰ ਉੱਥੇ ਅਵਸਥਾ ਬਦਲ ਜਾਏਗੀ। ਤੇ ਜੇ ਸਿਰਫ ਸਰੀਰ ਨਾਲ ਆ ਕੇ ਆਕਾਰਾਂ ਵਿੱਚ ਭਰਮ ਵਿੱਚ ਤੁਰਿਆ ਹੋਇਆ ਹੈ, ਕਦੀ ਕਿਸੇ ਦਿਨ ਨੂੰ ਚੰਗਾ ਸਮਝਦਾ ਹੈ, ਕਦੀ ਕਿਸੇ ਦਿਨ ਨੂੰ ਮਾੜਾ ਸਮਝਦਾ ਹੈ, ਤੇ ਫਿਰ ਮਹਾਰਾਜ ਨੇ ਦੱਸਿਆ ਵੀ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ, ਉਸ ਵਕਤ ਕਿਹੜਾ ਵਾਰ ਸੀ, ਕਿਹੜੀ ਤਰੀਕ ਸੀ, ਇਹ ਮਾਲਕ ਹੀ ਜਾਣਦਾ ਹੈ। ਤਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਜਾਂ ਕਰਤਾ ਸਿਰ ਠਿਕੋ ਸਾਜੇ, ਆਪੇ ਜਾਣੇ ਸੋਈ। ਹੁਣ ਇੱਥੇ ਸਿਰਫ ਕਰਮ ਦੇ ਆਧਾਰ ਤੇ ਜਦੋਂ ਤ੍ਰੈ ਗੁਣਾ ਵਿੱਚ ਮਨ ਨੂੰ ਭੇਜਿਆ ਜਾਂਦਾ ਹੈ ਇਹ ਧਰਤੀ ਦੇ ਉੱਪਰ, ਤਾਂ ਇੱਥੇ ਕਰਮ ਦਾ ਖੇਲ ਚੱਲਦਾ ਹੈ। ਕਰਮ ਕਰਨ ਵਾਸਤੇ ਮਨ ਨੂੰ ਭੇਜਦੇ ਨੇ। ਨਿਸ਼ਚਿਤ ਸਵਾਸ ਦੇ ਕੇ ਉਹਨਾਂ ਸਵਾਸਾਂ ਦੇ ਹੁੰਦਿਆਂ ਹੁੰਦਿਆਂ ਇਸਨੇ ਨਾਮ ਦਾ ਵਪਾਰ ਕਰਨਾ ਹੁੰਦਾ ਹੈ, ਤੇ ਆਪ ਦਾ ਸਵਾਸ ਗੁਰੂ ਦੀ ਮੱਤ ਦੁਆਰਾ ਕਿੱਥੇ ਖਰਚ ਕਰਨੇ ਨੇ, ਕਿੱਥੇ ਜਮ੍ਹਾਂ ਕਰਨੇ ਨੇ, ਇਹ ਜੀਵਨ ਦੀ ਜਾਂਚ ਵਿੱਚ ਸਿੱਖਣਾ ਹੁੰਦਾ ਹੈ। ਹੁਣ ਜੋ ਵੀ ਫਿਰ ਇਹ ਸਰੀਰ ਰੂਪੀ ਖੇਤ ਵਿੱਚ ਆ ਕੇ ਅੱਗੇ ਕਰਮ ਕਰਦਾ ਹੈ, ਉਸ ਦੇ ਆਧਾਰ ਤੇ ਫੈਸਲਾ ਹੁੰਦਾ ਹੈ। ਤੇ ਇਸੇ ਕਰਕੇ ਫਿਰ ਮਹਾਰਾਜ ਨੇ ਸਮਝਾਇਆ ਹੈ, ਜਿਹਾ ਬੀਜੇ ਸੋ ਲੁਣੇ, ਮੱਥੇ ਜੋ ਲਿਖਿਆਸ। ਕਿ ਜੇ ਤਾਂ ਹੁਕਮ ਤੋਂ ਆਕੀ ਹੋ ਕੇ ਕਰਮ ਕਰਦਾ ਹੈ, ਫਿਰ ਕੀਤੇ ਹੋਏ ਕਰਮਾਂ ਦੇ ਮੁਤਾਬਕ ਫਲ ਭੁਗਤਣਾ ਪੈਂਦਾ ਹੈ। ਰਹਿਣ ਵਿਹਾਣੀ ਪਛੁਤਾਣੀ, ਉੱਠ ਚੱਲੀ ਗਈ ਨਿਰਾਸ਼। ਜਿਨ ਕੋ ਸਾਧੂ ਭੇਟੀਏ, ਸੋ ਦਰਗੇ ਹੋਏ ਖਲਾਸ। ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਥਾਂ ਮਿਲਦੀ ਹੈ, ਜਿਨ੍ਹਾਂ ਨੂੰ ਸਾਧੂ ਦਾ ਸੰਗ ਹੁੰਦਾ ਹੈ, ਸੰਗਤ ਮਿਲ ਜਾਂਦੀ ਹੈ। ਉਹਨਾਂ ਨੇ ਆਪ ਦੇ ਜਿਹੜੇ ਕਰਮ ਨੇ ਉਹ ਬਦਲ ਲਏ ਨੇ। ਹੁਣ ਉਹ ਜੋ ਬੀਜਦੇ ਨੇ ਉਹ ਨਾਮ ਬੀਜਦੇ ਨੇ, ਤੇ ਨਾਮ ਬੀਜਿਆ ਹੋਇਆ ਜਦੋਂ ਵੱਧਦਾ ਹੈ, ਫੁੱਲਦਾ ਹੈ, ਤੇ ਨਿਰੰਕਾਰ ਪਰਮਾਤਮਾ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ। ਉਹਨਾਂ ਦੇ ਅੰਦਰ ਫਿਰ ਸ਼ਬਦ ਪ੍ਰਗਟ ਹੋਣ ਕਾਰਨ ਉਹਨਾਂ ਨੂੰ ਇਹ ਆਸ਼ਾੜ ਦਾ ਮਹੀਨਾ ਵੀ ਕੋਈ ਬਹੁਤਾ ਗਰਮੈਸ਼ ਵਾਲਾ ਤਾਂ ਤਪਸ਼ ਵਾਲਾ ਨਹੀਂ ਲੱਗਦਾ, ਕਿਉਂਕਿ ਉਹਨਾਂ ਦੇ ਮਨ ਨੂੰ ਸ਼ਾਂਤੀ ਹੈ।
ਆਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ। ਹੁਣ ਦੂਸਰੇ ਪਾਸੇ ਮਨਮੁਖ ਹੈ, ਉਹ ਅੰਦਰ ਉਸਦੇ ਦੁਬਦਾ ਈਰਖਾ ਦੀ ਅਗਨ, ਵਿਚਾਰਾਂ ਦਾ ਟਕਰਾਅ, ਕਲੇਸ਼ ਹੈ, ਜਿਸ ਕਰਕੇ ਉਹ ਭਾਵੇਂ ਕੋਈ ਵੀ ਬਾਹਰੋਂ ਉਸ ਨੂੰ ਬਿਠਾ ਦਿਓ ਕਿਸੇ ਵੀ ਹਾਲਾਤ ਵਿੱਚ, ਉਸ ਦੇ ਅੰਦਰਲੇ ਨੂੰ ਕਦੀ ਵੀ ਸ਼ਾਂਤੀ ਨਹੀਂ ਆਉਂਦੀ, ਕਿਉਂਕਿ ਉਸਨੇ ਸ਼ਬਦ ਦੇ ਨਾਲ ਜੁੜ ਕੇ ਆਪਣੇ ਮਨ ਦੀ ਖੁਰਾਕ ਨੂੰ ਪ੍ਰਾਪਤ ਨਹੀਂ ਕੀਤਾ। ਜਿਹੜੇ ਸੰਗਤ ਕਰਕੇ ਸ਼ਬਦ ਨਾਲ ਜੁੜੇ, ਉਹਨਾਂ ਨੂੰ ਨਾ ਤਾਂ ਪੋਖ ਦਾ ਤੁਖਾਰ ਹੀ ਵਾਪਦਾ ਹੈ ਤੇ ਨਾ ਹੀ ਆਸਾੜ ਦਾ ਇਹ ਤਪਸ਼ ਉਹਨਾਂ ਨੂੰ ਵਿਆਪਦੀ ਹੈ। ਦੁਨਿਆਵੀ ਰੂਪ ਵਿੱਚ ਵੀ, ਇਤਿਹਾਸ ਵਿੱਚ ਵੀ ਤੁਸੀਂ ਉਸ ਚੀਜ਼ ਨੂੰ ਦੇਖਿਆ ਹੈ ਵੀ ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਸਾੜ ਦੇ ਮਹੀਨੇ ਦੇ ਵਿੱਚ ਜਾਂ ਜੇਠ ਦੇ ਮਹੀਨੇ ਵਿੱਚ ਭਰੀ ਤਪਸ਼ ਵਿੱਚ ਉਹਨਾਂ ਨੂੰ ਕਸ਼ਟ ਦਿੱਤਾ ਗਿਆ ਤੇ ਕਸ਼ਟ ਉਹਨਾਂ ਦੇ ਮਨ ਤੱਕ ਨਹੀਂ ਪਹੁੰਚਿਆ। ਇਸੇ ਤਰ੍ਹਾਂ ਜੇ ਪੋਹ ਦੇ ਮਹੀਨੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਉੱਥੇ ਠੰਡੇ ਬੁਰਜ ਵਿੱਚ ਰੱਖ ਕੇ ਕਸ਼ਟ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਜਿਹੜਾ ਮਨ ਸੀ ਉਹ ਆਤਮਿਕ ਰੂਪ ਵਿੱਚ ਮਜ਼ਬੂਤ ਸੀ, ਮਨ ਨੂੰ ਉਹ ਕਸ਼ਟ ਨਹੀਂ ਪਹੁੰਚ ਸਕਿਆ। ਇਹ ਜਿਹੜੀ ਅਵਸਥਾ ਹੈ ਮਨ ਦੀ ਹੁੰਦੀ ਹੈ ਵੀ ਕਿੱਥੇ ਮਨ ਥੋੜ੍ਹੀ ਥੋੜ੍ਹੀ ਗੱਲ ਨੂੰ ਜ਼ਿਆਦਾ ਮਹਿਸੂਸ ਕਰਦਾ ਹੈ ਤੇ ਜਦੋਂ ਮਨ ਹੁਕਮ ਵਿੱਚ ਆ ਕੇ ਸ਼ਬਦ ਵਿੱਚ ਸਮਾਉਂਦਾ ਹੈ, ਮਜ਼ਬੂਤ ਹੋ ਜਾਂਦਾ ਹੈ, ਫਿਰ ਇਹ ਵੱਡੀ ਤੋਂ ਵੱਡੇ ਦੁੱਖ ਨੂੰ ਵੀ ਮਹਿਸੂਸ ਨਹੀਂ ਕਰਦਾ। ਇਹ ਭਾਣੇ ਵਿੱਚ ਆ ਕੇ ਉਸ ਨੂੰ ਸਮ ਕਰ ਲੈਂਦਾ ਹੈ, ਕਿਉਂਕਿ ਸਰੀਰ ਹੈ, ਸਰੀਰ ਦੇ ਉੱਪਰ ਤਾਂ ਦੁੱਖ ਸੁੱਖ ਆਉਂਦੇ ਰਹਿਣਗੇ, ਪਰ ਜੋ ਗੁਰਮਤ ਹੈ ਇਹ ਮਨ ਦੀ ਉਹ ਅਵਸਥਾ ਬਦਲ ਦਿੰਦੀ ਹੈ ਕਿ ਦੁੱਖ ਅਤੇ ਸੁੱਖ ਦਾ ਪ੍ਰਭਾਵ ਉਹ ਬਹੁਤਾ ਚਿਰ ਨਹੀਂ ਰਹਿੰਦਾ, ਉਹ ਖਤਮ ਹੋ ਜਾਂਦਾ ਹੈ। ਇਸੇ ਕਰਕੇ ਗੁਰਮਤ ਵਿੱਚ ਜਿਨ੍ਹਾਂ ਨੇ ਸ਼ਬਦ ਦੇ ਨਾਲ ਜੁੜ ਕੇ ਨਿਰੰਕਾਰ ਪਰਮਾਤਮਾ ਦੇ ਸਨਮੁਖ ਗਏ ਤੇ ਮਨ ਦਾ ਆਤਮ ਰੂਪ, ਆਤਮ ਬਲ ਵਧਿਆ, ਮਨ ਦੀ ਖੁਰਾਕ ਮਿਲੀ, ਉਹਨਾਂ ਨੇ ਫਿਰ ਐਸੇ ਸੰਸਾਰ ਵਿੱਚ ਉਦਾਹਰਨ ਆਪਾਂ ਨੂੰ ਪੇਸ਼ ਕੀਤੇ ਵੀ ਆਮ ਜੀਵ ਦੇ ਮੰਨਣ ਤੋਂ ਪਰੇ ਹੋ ਜਾਂਦਾ ਹੈ ਵੀ ਉਹ ਇੰਨਾ ਦੁੱਖ ਉਹ ਕਿਸ ਤਰ੍ਹਾਂ ਆਪਦੇ ਤਨ ਦੇ ਉੱਪਰ ਸਹਿ ਗਏ। ਤੇ ਅੱਜ ਦੇ ਹਾਲਾਤ ਤੁਸੀਂ ਦੇਖ ਲਓ ਵੀ ਸਾਡੇ ਪਰਿਵਾਰਾਂ ਦੇ ਹਾਲਾਤ ਕੀ ਨੇ। ਅਸੀਂ ਨਿੱਕੀ ਨਿੱਕੀ ਗੱਲ ਤੋਂ ਆਪਸ ਵਿੱਚ ਦੁਬਿਧਾ ਵਿੱਚ, ਝਗੜਿਆਂ ਵਿੱਚ ਜਾ ਕੇ ਤੇ ਪਰੇਸ਼ਾਨ ਹੋ ਜਾਂਦੇ ਹਾਂ। ਸਰੀਰਕ ਤੌਰ ਤੇ ਸਭ ਕੁਝ ਮਿਲਿਆ ਹੋਇਆ ਹੈ ਪਰ ਮਨ ਫਿਰ ਵੀ ਦੁਖੀ ਹੈ, ਕਿਉਂਕਿ ਸ਼ਬਦ ਦੇ ਨਾਲ ਮਨ ਨਹੀਂ ਜੁੜਿਆ ਹੋਇਆ। ਸੁਖੀ ਹੋਣਾ ਚਾਹੁੰਦਾ ਹੈ ਪਰ ਸਿਮਰਨ ਨਹੀਂ ਕਰਨਾ ਚਾਹੁੰਦੇ ਲੋਕ। ਨਾਮ ਤੋਂ ਬਿਨਾਂ ਇਸ ਸੰਸਾਰ ਵਿੱਚ ਸੁੱਖ ਨਹੀਂ ਹੈ। ਭਾਵੇਂ ਕਿਸੇ ਵੀ ਇਲਾਕੇ ਵਿੱਚ ਤੁਸੀਂ ਚਲੇ ਜਾਓ, ਦੇਸ਼ ਛੱਡ ਕੇ ਪ੍ਰਦੇਸ਼ ਚਲੇ ਜਾਓ, ਉੱਥੇ ਵੀ ਸੁੱਖ ਨਹੀਂ ਮਿਲੇਗਾ। ਜਿਸ ਤਰ੍ਹਾਂ ਅੱਜ ਕੱਲ੍ਹ ਸਾਰੇ ਲੋਕ ਜਾ ਰਹੇ ਨੇ, ਬੱਚੇ ਜਾ ਰਹੇ ਨੇ ਵੀ ਸ਼ਾਇਦ ਉੱਥੇ ਜਾ ਕੇ ਸੁੱਖ ਮਿਲ ਜਾਏਗਾ, ਉੱਥੇ ਵੀ ਸਾਰੀ ਉਮਰ ਚਿੰਤਾ ਵਿੱਚ ਹੀ ਲੰਘੇਗੀ, ਫਿਕਰਾਂ ਵਿੱਚ ਹੀ ਲੰਘੇਗੀ, ਕਿਉਂਕਿ ਅਸਲ ਸੁੱਖ ਨਾਮ ਤੋਂ ਪ੍ਰਾਪਤ ਹੋਣਾ ਹੈ। ਬਹੁਤ ਸਾਰੇ ਮਨ ਐਸੇ ਵੀ ਨੇ ਜਿਹੜੇ ਪ੍ਰਦੇਸ਼ ਗਏ ਨੇ ਪਰ ਉਹ ਫਿਰ ਵੀ ਦੁਖੀ ਨੇ, ਕਿਉਂਕਿ
ਜਿਸ ਸੁਖ ਦੀ ਖੋਜ ਮਨ ਕਰ ਰਿਹਾ ਹੈ ਉਹ ਤ੍ਰੈ ਗੁਣਾਂ ਵਿੱਚ ਨਹੀਂ ਹੈ, ਉਹ ਨਾਮ ਵਿੱਚ ਸਮਾ ਕੇ ਮਿਲਦਾ ਹੈ। ਇਸ ਕਰਕੇ ਮਹਾਰਾਜ ਨੇ ਸਮਝਾਇਆ ਹੈ, ਸੁਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਪੇਖੇ ਨਿਰਤ ਨਾਟੇ, ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਸੁਖ ਸ਼ਬਦ ਦੇ ਵਿੱਚ ਸਮਾ ਕੇ ਮਿਲਣਾ ਹੈ। ਜਿੱਥੇ ਜਾ ਕੇ ਮਨ ਮਜ਼ਬੂਤ ਹੋਏਗਾ ਤੇ ਫਿਰ ਸੰਸਾਰ ਦੇ ਬਹੁਤੇ ਤ੍ਰਿਸ਼ਨਾਵਾਂ ਵੀ ਤੇ ਬਹੁਤਾ ਜਿਹੜਾ ਦੁੱਖ ਹੈ ਉਹ ਵੀ ਮਨ ਨੂੰ ਨਹੀਂ ਵਿਆਪੇਗਾ। ਤੇ ਇਹ ਜਿਹੜੀ ਅਵਸਥਾ ਹੈ ਇਹ ਗੁਰਮੁਖਾਂ ਦੀ ਅਵਸਥਾ ਮਹਾਰਾਜ ਨੇ ਦੱਸੀ ਹੈ। ਸੁਖ ਦੁੱਖ ਦੋਨੋਂ ਸਮ ਕਰ ਜਾਣੇ, ਨਾਹਿ ਮਨ ਅਪਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਤਿਨ ਜਗ ਤਤ ਪਛਾਨਾ। ਅਸਲ ਜੀਵਨ ਦਾ ਮਨੋਰਥ ਉਹੀ ਮਨ ਸਮਝਦੇ ਨੇ ਜਿਹੜੇ ਸੰਗਤ ਵਿੱਚ ਆ ਕੇ ਗੁਰੂ ਦੀ ਮੱਤ ਗ੍ਰਹਿਣ ਕਰਦੇ ਨੇ ਤੇ ਨਾਮ ਜਪਦੇ ਨੇ। ਨਹੀਂ, ਸੰਸਾਰ ਦੇ ਵਿੱਚ ਤਾਂ ਇੱਕ ਦੂਸਰੇ ਨੂੰ ਦੇਖ ਦੇਖ ਕੇ ਸਾਰੇ ਲੋਕ ਮਨ ਪਰੇਸ਼ਾਨ ਹੁੰਦੇ ਨੇ, ਦੁਖੀ ਹੁੰਦੇ ਨੇ। ਸੋ ਇਸ ਕਰਕੇ ਮਹਾਰਾਜ ਪਰਮਾਤਮਾ ਨੂੰ ਚਰਨਾਂ ਵਿੱਚ ਬੇਨਤੀ ਕਰਦੇ ਨੇ ਵੀ ਸਾਨੂੰ ਤੇਰੇ ਦਰਸ਼ਨਾਂ ਦੀ ਇੱਛਾ ਹੈ, ਤੁਸੀਂ ਸਾਨੂੰ ਆਪਦੇ ਦਰਸ਼ਨ ਦਿਓ। ਕਿਉਂਕਿ ਜਦੋਂ ਮਨ ਨੂੰ ਤੁਹਾਡੇ ਦਰਸ਼ਨ ਹੋ ਜਾਣਗੇ ਤੇ ਜਿਹੜੀ ਮਨ ਦੀ ਭੁੱਖ ਹੈ ਇਹ ਦੂਰ ਹੋ ਜਾਏਗੀ। ਤੇ ਨਿਰੰਕਾਰ ਨੂੰ ਗੁਰੂ ਨਾਨਕ ਦੇਵ ਜੀ ਬੇਨਤੀ ਕਰਦੇ ਨੇ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਇਹ ਜਦੋਂ ਮੰਗ ਅਸੀਂ ਕਰਾਂਗੇ ਤੇ ਉੱਥੋਂ ਹੀ ਅਸਲ ਸੁੱਖ ਸ਼ੁਰੂ ਹੋਣਾ ਹੈ। ਇਸ ਨੂੰ ਛੱਡ ਕੇ ਜੇ ਕੋਈ ਹੋਰ ਮੰਗ ਮੰਗਾਂਗੇ ਤੇ ਉਹ ਥੋੜਾ ਚਿਰ ਦਾ ਸੁੱਖ ਜ਼ਰੂਰ ਮਿਲੇਗਾ, ਪਰ ਉਹ ਫਿਰ ਸੁੱਖ ਖਤਮ ਹੋ ਜਾਏਗਾ, ਫਿਰ ਨਵੀਂ ਇੱਛਾ ਪੈਦਾ ਹੋ ਜਾਏਗੀ। ਇਸ ਤਰ੍ਹਾਂ ਸਾਰੀ ਉਮਰ ਮੰਗਦੇ ਰਹਾਂਗੇ, ਕਦੀ ਕੁਝ ਕਦੀ ਕੁਝ। ਤੇ ਸਿਆਣਾ ਜਿਹੜਾ ਮਨੁੱਖ ਹੈ ਉਹ ਵਾਰ-ਵਾਰ ਮੰਗਣ ਨਾਲੋਂ ਇੱਕ ਵਾਰ ਹੀ ਮੰਗ ਲੈਂਦਾ ਹੈ। ਤੇ ਕੀ ਮਹਾਰਾਜ ਸਮਝਾ ਰਹੇ ਨੇ ਵੀ ਤੁਸੀਂ ਜੇ ਮੰਗਣਾ ਹੀ ਹੈ ਤੇ ਇੱਕ ਦਫਾ ਹੀ ਮੰਗ ਲਓ ਤੇ ਵਾਰ-ਵਾਰ ਤੁਹਾਨੂੰ ਮੰਗਣ ਦੀ ਲੋੜ ਨਾ ਪਏ। ਇਹ ਹੁਣ ਆਪ ਦੇਖਣਾ ਹੈ ਕਿ ਕਿਸੇ ਨੂੰ ਮੰਗਣ ਦਾ ਵੀ ਬੜਾ ਆਦਤ ਹੁੰਦੀ ਹੈ, ਮੰਗਦੇ ਵੀ ਬੜੇ ਨੇ। ਉਹ ਸਵੇਰੇ ਉੱਠਦੇ ਹੀ ਮੰਗਣ ਲੱਗ ਪੈਂਦੇ ਨੇ, ਸ਼ਾਮ ਤੱਕ ਆਪਦਾ ਮੰਗਦੇ ਰਹਿੰਦੇ ਨੇ। ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਮੰਗ ਰਹੇ ਹਾਂ, ਕਿਉਂਕਿ ਉਹਨਾਂ ਨੇ ਆਪਦਾ ਜ਼ਮੀਰ ਹੀ, ਆਪਦਾ ਦੀਨ ਹੀ ਛੱਡ ਦਿੱਤਾ ਹੈ। ਇਸ ਕਰਕੇ ਗੁਰਮੁਖ ਵੀ ਇੱਕ ਵਾਰ ਹੀ ਮੰਗਦੇ ਨੇ, ਉਹ ਵੀ ਮਾਲਕ ਤੋਂ, ਤੇ ਇੱਕੋ ਹੀ ਚੀਜ਼ ਮੰਗਦੇ ਨੇ, ਏਕ ਚੀਜ਼ ਮੁਝੇ ਦੇ ਅਵਰ ਜ਼ਹਿਰ ਚੀਜ਼ ਨਾ ਪਾਇਆ। ਮੰਗਣ ਮੰਗ ਤਾਂ ਇੱਕ ਹੈ ਮੰਗ, ਨਾਨਕ ਜਾਤੇ ਪਰੇ ਪ੍ਰਾਨ। ਉਹ ਫਿਰ ਪਰਮਾਤਮਾ ਨੂੰ ਹੀ ਮੰਗਦੇ ਨੇ, ਉਸ ਦੇ ਦਰਸ਼ਨਾਂ ਨੂੰ ਮੰਗਦੇ ਨੇ ਵੀ ਸਾਨੂੰ ਇੱਕ ਭੋਰੀ ਜਿੰਨਾ ਆਪਦੇ ਦਰਸ਼ਨ ਦੇ ਦਿਓ, ਤਾਂ ਜੋ ਸਾਡੇ ਮਨ ਦਾ ਦੁੱਖ ਦੂਰ ਹੋ ਜਾਵੇ, ਵਿਛੋੜਾ ਖਤਮ ਹੋ ਜਾਵੇ ਤੇ ਮਨ ਦੀ ਭੁੱਖ ਉਤਰ ਜਾਵੇ। ਇਹ ਦੁੱਖ ਲੱਗੇ ਹੋਏ ਨੇ, ਇਹ ਖਤਮ ਹੋ ਜਾਣ। ਦੁੱਖ ਵਿਛੋੜਾ, ਇੱਕ ਦੁੱਖ ਭੋਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ।
ਤੇ ਫਿਰ ਹੀ ਜਦੋਂ ਮਾਲਕ ਦੇ ਦਰ ਦੇ ਉੱਪਰ ਮਨ ਇਸ ਇੱਛਾ ਨੂੰ ਲੈ ਕੇ ਚੱਲੇਗਾ ਤੇ ਮਾਲਕ ਇਹ ਇੱਛਾ ਜ਼ਰੂਰ ਪੂਰੀ ਕਰਦੇ ਨੇ। ਉਸ ਦੇ ਦਰ ਤੋਂ ਕਦੀ ਵੀ ਕੋਈ ਮਨ ਖਾਲੀ ਨਹੀਂ ਜਾਂਦਾ। ਜੇ ਕਾਲ ਦੇ ਦੇਸ਼ ਦੇ ਪਦਾਰਥ ਵਾਸਤੇ ਤੁਸੀਂ ਸਿਮਰਨ ਕਰੋਗੇ, ਦੁਨਿਆਵੀ ਸੁੱਖਾਂ ਦੀ ਮਨ ਵਿੱਚ ਇੱਛਾ ਲੈ ਕੇ ਚੱਲੋਗੇ ਤੇ ਉਹ ਵੀ ਮਿਲਦਾ ਹੈ। ਪਰ ਜੇ ਤੁਸੀਂ ਨਾਮ ਜਪਣ ਲੱਗਿਆ ਨਿਰੰਕਾਰ ਦੇ ਮਿਲਾਪ ਦੀ ਇੱਛਾ ਨੂੰ ਲੈ ਕੇ ਚੱਲੋਗੇ, ਫਿਰ ਮਾਲਕ ਉਹ ਵੀ ਇੱਛਾ ਪੂਰੀ ਕਰਦੇ ਨੇ। ਹੁਣ ਇਹ ਸਾਰਾ ਖੇਲ ਹੀ ਆਪਣੇ ਤੇ ਹੈ, ਮਨ ਤੇ ਹੈ ਵੀ ਅਸੀਂ ਕੀ ਚਾਹੁੰਦੇ ਹਾਂ। ਤੇ ਸੰਸਾਰ ਦੇ ਵਿੱਚ ਜਦੋਂ ਮਨ ਆਉਂਦਾ ਹੈ, ਮਾਇਆ ਦਾ ਮੋਹ ਹੋਣ ਕਰਕੇ ਇਹ ਸਿਮਰਨ ਕਰਦਾ ਹੋਇਆ ਮਾਇਆ ਦੀ ਮੰਗ ਕਰਦਾ ਹੈ, ਜਿਸ ਕਰਕੇ ਮਾਇਆ ਧਾਰੀ ਹੋ ਕੇ ਜਦੋਂ ਇਹ ਚੱਲਦਾ ਹੈ, ਫਿਰ ਇਸ ਦਾ ਪਿਆਰ ਪਰਮਾਤਮਾ ਦੇ ਨਾਲ ਨਹੀਂ ਪੈਂਦਾ, ਲੋਭ ਲਹਿਰ ਅੰਦਰ ਆ ਜਾਂਦੀ ਹੈ। ਇਹ ਲੋਭ ਦੇ ਵਿੱਚ ਸਿਮਰਨ ਕਰਦਾ ਹੈ, ਲੋਭ ਲਹਿਰ ਵਿੱਚ ਤ੍ਰਿਸ਼ਨਾ ਦੇ ਵਿੱਚ ਆ ਕੇ ਗੁਰਬਾਣੀ ਪੜ੍ਹਦਾ ਹੈ, ਸੁਣਦਾ ਹੈ, ਜਿਸ ਕਰਕੇ ਇਸ ਦਾ ਜਿਹੜਾ ਧਿਆਨ ਹੈ ਉਹ ਭਟਕ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਇਸ ਨੂੰ ਫਿਰ ਸਮਝਾਉਂਦੇ ਨੇ ਵੀ ਜੇ ਤੂੰ ਲੋਭ ਹੈ ਰੱਖਿਆ ਹੋਇਆ ਤੇ ਇਹ ਪਿਆਰ ਵਿੱਚ ਨਹੀਂ ਬਦਲ ਸਕਦਾ। ਫਰੀਦਾ ਲੱਭ ਤਾਂ ਨੇਹੋ ਕਿਹਾ, ਲੱਭ ਤਾਂ ਕੂੜਾ ਨੇਹੋ। ਵੀ ਜੇ ਤੁਸੀਂ ਇਸ ਤਰ੍ਹਾਂ ਚੱਲੋਗੇ ਤੇ ਪ੍ਰਮਾਤਮਾ ਦੇ ਘਰ ਵਿੱਚ ਨਹੀਂ ਜਾ ਸਕੋਗੇ। ਇਸ ਕਰਕੇ ਦੁਨਿਆਵੀ ਤ੍ਰਿਸ਼ਨਾਵਾਂ, ਦੁਨਿਆਵੀ ਪਦਾਰਥ ਉਹ ਤੁਸੀਂ ਇੱਥੇ ਭਾਵੇਂ ਥੋੜ੍ਹੇ ਵਰਤ ਲਓ, ਥੋੜ੍ਹੇ ਖਾ ਲਓ, ਪਰ ਮਨ ਵਾਸਤੇ ਜਿਹੜੇ ਪਦਾਰਥ ਦੀ ਲੋੜ ਹੈ ਉਸ ਨੂੰ ਮੰਗੋ। ਉਸ ਵਾਸਤੇ ਐਸੀ ਅਵਸਥਾ ਵਿੱਚ ਨਾ ਕਿਤੇ ਚਲੇ ਜਾਓ, ਕਿਉਂਕਿ ਅਕਸਰ ਸਵਾਸ ਸੀਮਿਤ ਨੇ। ਤੁਸੀਂ ਕਿੰਨਾ ਕੁ ਚਿਰ ਉਹ ਵਸਤੂਆਂ ਨੂੰ ਵਰਤ ਸਕੋਗੇ ਜਿਹੜੀਆਂ ਲੋਭ ਲਹਿਰ ਵਿੱਚ ਆ ਕੇ ਭਗਤੀ ਕੀਤੀ ਗਈ ਹੈ ਤੇ ਮੰਗੀਆਂ ਗਈਆਂ ਨੇ। ਜਿਸ ਤਰ੍ਹਾਂ ਇੱਕ ਬਰਸਾਤ ਹੈ ਜਿਵੇਂ ਪੈ ਰਹੀ, ਤੇ ਮੁਸਾਫਰ ਨੂੰ ਇੱਕ ਝੌਂਪੜੀ ਮਿਲ ਗਈ ਹੈ ਪਰ ਉਸ ਦੀ ਛੱਤ ਨਹੀਂ ਹੈ। ਹੁਣ ਉਹ ਉੱਥੇ ਕਿੰਨੀ ਕੁ ਦੇਰ ਕੱਟ ਸਕਦਾ ਹੈ, ਕਿੰਨੀ ਕੁ ਦੇਰ ਰੁਕ ਸਕਦਾ ਹੈ। ਉਹ ਉਦਾਹਰਨ ਫਿਰ ਸਾਨੂੰ ਸਮਝਾਈ ਹੈ ਕਿ ਉਸ ਮੁਤਾਬਕ ਤੁਸੀਂ ਦੇਖੋ ਵੀ ਘਰ ਤਾਂ ਬਣਾ ਰਹੇ ਹੋ ਪਰ ਉਸ ਦੀ ਛੱਤ ਨਹੀਂ ਹੈ। ਤੁਸੀਂ ਲੋਭ ਲਹਿਰ ਵਿੱਚ ਆ ਕੇ ਉਸ ਘਰ ਵਿੱਚ ਚਲੇ ਗਏ ਹੋ। ਫਰੀਦਾ ਜਾਂ ਲੱਭ ਤਾਂ ਨੇਹੋ ਕਿਹਾ, ਲੱਭ ਤਾਂ ਕੂੜਾ ਨੇਹੋ। ਕਿਚਰ ਝੱਤ ਲੰਘਾਈ ਹੈ, ਛੱਪਰ ਟੁੱਟੇ ਮੇਹੋ। ਕਹਿਣ ਤੋਂ ਭਾਵ ਵੀ ਜਿੰਨਾ ਚਿਰ ਦੁਨੀਆ ਦੀਆਂ ਤ੍ਰੈ ਗੁਣਾਂ ਦੀਆਂ ਗਰਜਾਂ ਨੇ ਤੇ ਕਿੰਨਾ ਕੁ ਚਿਰ ਤੁਸੀਂ ਪ੍ਰਮਾਤਮਾ ਦੇ ਨਾਲ ਮਿਲਾਪ ਕਰ ਸਕਦੇ ਹੋ। ਦੁਨਿਆਵੀ ਮਕਸਦ ਨਾਲ ਕੀਤਾ ਹੋਇਆ ਪਿਆਰ ਉਹ ਟੁੱਟ ਜਾਂਦਾ ਹੈ। ਇਸੇ ਤਰੀਕੇ ਨਾਲ ਗੁਰਮੁਖਾਂ ਨੂੰ ਮਹਾਰਾਜ ਨੇ ਸਮਝਾਇਆ
ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਦੇਹ ਨਾਮ ਸੰਤੋਖੀ ਹੈ, ਉਤਰੇ ਮਨ ਕੀ ਭੁੱਖ। ਇਸ ਨੂੰ ਸਮਝਦਿਆਂ ਹੋਇਆਂ ਵੀ ਜ਼ਹਿਰ ਕੀ ਹੈ ਤੇ ਅੰਮ੍ਰਿਤ ਕੀ ਹੈ, ਅਸੀਂ ਅੰਮ੍ਰਿਤ ਦੀ ਮੰਗ ਕਰਨੀ ਹੈ। ਕਿਉਂਕਿ ਅਗਿਆਨੀ ਹੀ ਹੁੰਦਾ ਹੈ ਜਿਹੜਾ ਵਾਰ-ਵਾਰ ਸਮਝਾਉਣ ਦੇ ਬਾਵਜੂਦ ਵੀ ਦੁਨਿਆਵੀ ਸੁੱਖ ਹੀ ਮੰਗਦਾ ਰਹਿੰਦਾ ਹੈ। ਉਹ ਮਾਲਕ ਨੂੰ ਮਿਲ ਵੀ ਨਹੀਂ ਸਕਦਾ ਜੇ ਉਹ ਸਮਝਾਉਣ ਦੇ ਬਾਵਜੂਦ ਨਹੀਂ ਸਮਝਦਾ, ਕਿਉਂਕਿ ਉਸ ਦੀ ਜਿਹੜੀ ਬੁੱਧੀ ਹੈ, ਅਕਲ ਦਾ ਜੋ ਲੈਵਲ ਹੈ, ਉਹ ਓਨਾ ਅਜੇ ਨਹੀਂ ਬਣਿਆ ਕਿ ਉਹ ਪ੍ਰਮਾਤਮਾ ਦੀ ਮੰਗ ਕਰ ਸਕੇ। ਇਸ ਕਰਕੇ ਤੁਸੀਂ ਬਹੁਤ ਸਾਰੇ ਸਾਧੂ ਸੰਤ ਦੇਖੇ ਹੋਣਗੇ ਜਿਹੜੇ ਕਾਲ ਦੇ ਦੇਸ਼ ਵਿੱਚ ਆ ਜਾਂਦੇ ਨੇ, ਕਿਉਂਕਿ ਜਦੋਂ ਉਹ ਭਗਤੀ ਕਰਦੇ ਨੇ ਸੱਚ ਦੀ ਜਾਂ ਮਾਇਆ ਦੇ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਤੇ ਅੰਦਰ ਤ੍ਰਿਸ਼ਨਾ ਵਿੱਚ ਹੁੰਦੇ ਨੇ ਵੀ ਕੋਈ ਨਾ ਕੋਈ ਦੁਨਿਆਵੀ ਮਾਇਆ ਜਾਂ ਕੋਈ ਸੁੱਖ ਮਿਲ ਜਾਣ। ਉਹ ਫਿਰ ਸਮਾਂ ਪਾ ਕੇ ਮਾਇਆ ਜਦੋਂ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹ ਅੰਦਰੋਂ ਫਿਰ ਹੌਲੀ-ਹੌਲੀ ਪਰਮਾਤਮਾ ਦੇ ਵੱਲ ਪਾਸਿਓਂ ਉਹ ਸੰਪਰਕ ਟੁੱਟ ਜਾਂਦਾ ਹੈ ਤੇ ਉਹ ਆਮ ਇਨਸਾਨਾਂ ਦੇ ਵਾਂਗ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦੇ ਨੇ। ਉਸੇ ਤਰ੍ਹਾਂ ਵਿਚਾਰਾਂ ਵਿੱਚ ਰਹਿਣਾ, ਫਿਕਰਾਂ ਵਿੱਚ ਰਹਿਣਾ, ਝਗੜਿਆਂ ਵਿੱਚ ਚੱਲਿਆ ਜਾਣਾ, ਹੰਕਾਰ ਵਿੱਚ ਆ ਜਾਣਾ, ਇਹ ਬਿਰਤੀ ਜਿਹੜੀ ਉਹ ਬਦਲ ਜਾਂਦੀ ਹੈ, ਕਿਉਂਕਿ ਜਿਹੜਾ ਧਿਆਨ ਸੀ ਉਹ ਸ਼ੁਰੂਆਤ ਭਾਵੇਂ ਕੀਤੀ ਪਰਮਾਤਮਾ ਦੀ ਭਗਤੀ ਤੋਂ, ਪਰ ਸਮਾਂ ਪਾ ਕੇ ਅੰਦਰ ਲੋਭ ਆ ਗਿਆ, ਲੋਭ ਨੇ ਧਿਆਨ ਬਦਲ ਦਿੱਤਾ ਤੇ ਹੁਣ ਮਾਇਆ ਨਾਲ ਮੋਹ ਹੋ ਗਿਆ ਤੇ ਮਾਇਆ ਨੇ ਮਨ ਨੂੰ ਟਿਕਣ ਨਹੀਂ ਦੇਣਾ। ਇਹ ਮਾਇਆ ਦਾ ਸੁਭਾਅ ਹੈ। ਜਹ ਬੈਸਾਲੇ ਹੈ ਤਹ ਨਾਲੇ ਬੈਸੇ, ਜਿੱਥੇ ਵੀ ਇਹ ਮਨ ਜਾਏਗਾ ਮਾਇਆ ਨਾਲ ਹੀ ਜਾਂਦੀ ਹੈ। ਤੀਨ ਭਵਨ ਮੈਂ ਸਗਲ ਪ੍ਰਵੇਸੇ, ਤ੍ਰਿਲੋਕੀ ਦੇ ਹਰ ਇੱਕ ਮਨ ਦੇ ਵਿੱਚ ਇਹ ਵਸੀ ਹੋਈ ਹੈ। ਇਸ ਕਰਕੇ ਆਪਾਂ ਸਤਿਗੁਰ ਦੀ ਸ਼ਰਨ ਵਿੱਚ ਆਉਣਾ ਹੈ। ਸੁਣ ਉਪਦੇਸ਼ ਸਤਿਗੁਰ ਪਹਿ ਆਇਆ, ਗੁਰਮੁਖੋ ਹਰ ਹਰ ਨਾਮ ਦ੍ਰਿੜਾਇਆ। ਸੋ ਜੇ ਤਾਂ ਸ਼ਬਦ ਦੀ ਸ਼ਰਨ ਵਿੱਚ ਮਨ ਰਹੇਗਾ ਤੇ ਇਸ ਤੋਂ ਬਚ ਸਕੇਗਾ, ਨਹੀਂ ਤਾਂ ਵੱਡੇ ਵੱਡੇ ਰਾਜੇ ਔਰ ਭੂਮਨ ਤਿਨ ਕੀ ਤ੍ਰਿਸ਼ਨ ਨਾ ਬੂਝੀ, ਲਿਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨ ਸੂਝੀ। ਵੱਡੇ ਤੋਂ ਵੱਡਾ ਰਾਜਾ ਵੀ ਹੈ, ਉਹ ਵੀ ਦੁਖੀ ਹੀ ਰਹੇਗਾ, ਕਿਉਂਕਿ ਤ੍ਰਿਸ਼ਨਾ ਦੀ ਅਗਨ ਅੰਦਰ ਬਲੀ ਹੋਈ ਹੈ। ਉਹ ਇੱਕ ਰਾਜ ਭਾਗ ਪ੍ਰਾਪਤ ਕਰਨ ਦੀ ਲਾਲਸਾ ਵਿੱਚ ਇੱਕ ਧਰਤੀ ਤੱਕ ਚਲਾ ਜਾਏਗਾ ਵੀ ਇੱਕ ਧਰਤੀ ਮੇਰੇ ਅੰਦਰ ਪੂਰੀ, ਉਸ ਤੇ ਮੈਂ ਆਪਦਾ ਕੰਟਰੋਲ ਕਰ ਲਾਂ। ਉਸ ਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਅਸਲੀ ਰਾਜਾ ਹੈ। ਸਗਲ ਸ੍ਰਿਸ਼ਟੀ ਦਾ ਉਹ ਪਰਮਾਤਮਾ ਰਾਜਾ ਹੈ ਤੇ ਜਿਹੜੇ ਇਹ ਛੋਟੇ ਜਿਹੇ ਮਿੱਟੀ ਦੇ ਟੁਕੜੇ ਦੇ ਵਾਸਤੇ ਉਹ ਇੱਕ ਦੂਸਰੇ ਨੂੰ ਮਾਰਦੇ ਨੇ, ਲੜਾਈਆਂ ਕਰਦੇ ਨੇ, ਫਿਰ ਰਾਜ ਭਾਗ ਪ੍ਰਾਪਤ ਕਰਦੇ ਨੇ। ਇੰਨਾ ਕੁਝ ਕਰਕੇ ਜਿਹੜਾ ਰਾਜ ਭਾਗ ਲਿਆ ਜਾਂਦਾ ਹੈ ਉਹ ਬਹੁਤਾ ਚਿਰ ਨਹੀਂ ਰਹਿੰਦਾ, ਕਿਉਂਕਿ ਅਸੀਂ ਉਸਦੇ ਸਰਗੁਣ ਰੂਪ ਨੂੰ ਦੁੱਖ ਦਿੱਤਾ, ਝਗੜਾ ਕੀਤਾ, ਮਾਹੌਲ ਖਰਾਬ ਹੋਇਆ ਤੇ ਤਾਂ ਰਾਜ ਭਾਗ ਮਿਲਿਆ। ਉਹ ਰਾਜ ਭਾਗ ਹੁਣ ਬਹੁਤਾ ਚਿਰ ਨਹੀਂ ਟਿਕਦਾ, ਉਹ ਹੱਥੋਂ ਖੁੱਸ ਜਾਂਦਾ ਹੈ। ਇਸੇ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਦੋਂ ਬਾਬਰ ਨੇ ਹਿੰਦੁਸਤਾਨ ਦੀ ਧਰਤੀ ਤੇ ਹਮਲਾ ਕਰਕੇ ਲੱਖਾਂ ਹੀ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਦਾ ਇੱਥੇ ਕਤਲੇਆਮ ਕੀਤਾ,
ਤੇ ਉੱਥੇ ਫਿਰ ਮਹਾਰਾਜ ਨੇ ਦੱਸਿਆ ਵੀ ਇੰਨਾ ਕੁਝ ਕਰਕੇ ਜੇ ਤੇ ਰਾਜ ਭਾਗ ਪ੍ਰਾਪਤ ਕਰ ਵੀ ਲਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਤੇਤੋਂ ਤੇਰਾ ਰਾਜ ਖੋਹ ਲਿਆ ਜਾਏਗਾ। ਆਵਣ 78 ਜਾਮ 97 ਹੋਰ ਵੀ ਉੱਠ ਸੀ ਇੱਕ ਮਰਦ ਕਾ ਚੇਲਾ, ਵੀ ਇੱਕ ਹੋਰ ਉੱਠੇਗਾ ਮਨ ਸਰੀਰ, ਉਹ ਤੈਨੂੰ ਹਰਾ ਕੇ ਤੇ ਤੂੰ ਰਾਜ ਭਾਗ ਖੋਲ ਲੇਗਾ, ਜਿਸ ਰਾਜ ਵਾਸਤੇ ਤੂੰ ਇੰਨਾ ਹੁਣ ਕੀਤਾ ਹੈ। ਇਹ ਗੱਲ ਜੇ ਮਨ ਸਮਝ ਜਾਣ ਤੇ ਬਚ ਸਕਦੇ ਨੇ ਤੇ ਉਹ ਆਪਦੇ ਮਨ ਵਾਸਤੇ ਉਦਮ ਕਰਦੇ ਨੇ, ਨਾਮ ਦੀ ਪ੍ਰਾਪਤੀ ਵਾਸਤੇ ਤੇ ਨਿਰੰਕਾਰ ਦੇ ਦਰਸ਼ਨਾਂ ਵਾਸਤੇ, ਤੇ ਫਿਰ ਮਨ ਸੁਖੀ ਹੋ ਜਾਂਦਾ ਹੈ। ਸੋ ਆਓ ਹੁਣ 2-4 ਮਿੰਟ ਫਿਰ ਸਿਮਰਨ ਕਰਕੇ ਸਵਾਸਾਂ ਦੇ ਪੂੰਜੀ ਜਮ੍ਹਾਂ ਕਰਦੇ ਹਾਂ ਤੇ ਇਸ ਨੂੰ ਖੇਲ ਨੂੰ ਜੋ ਗੁਰਬਾਣੀ ਆਪਾਂ ਨੂੰ ਦੱਸ ਰਹੀ ਹੈ ਇਸ ਦੇ ਉੱਪਰ ਚੱਲਣ ਦੀ ਕੋਸ਼ਿਸ਼ ਕਰਦੇ ਹਾਂ।